गैरत इतनी के लिए अपने लिए किसी दर पर झुका नहीं, ਬੇਗੈਰਤ इतना हूँ कि लोगों के लिए कोई दर छोड़ा नहीं। ਦਰਦ ਹੈ ਤੁਹਾਡੇ ਮਨ ਦੇ ਵਿੱਚ ਜੋ ਦੇਖਣ ਨੂੰ ਮਿਲਦਾ, ਜਿਹਦੇ ਨਾਲ ਪੰਜਾਬ ਜਿਹੜਾ ਭਰਮਾਇਆ ਵੀ ਜਾ ਰਿਹਾ ਕਿ ਸਿੱਧੂ ਸਾਹਿਬ ਬੇਅਦਬੀ ਦੇ ਉੱਤੇ ਬੋਲ ਰਹੇ ਨੇ। ਅੱਜ ਅਸੀਂ ਬੇਅਦਬੀ ਕਰੀ ਜਾਂਦੇ ਆ। ਹਰ ਬੰਦਾ ਚਾਹੇ ਕੋਈ ਵੀ ਪਾਰਟੀ ਹੋਵੇ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਨਵਜੋਤ ਸਿੰਘ ਸਿੱਧੂ ਨੇ, ਚਾਹੇ ਆਮ ਆਦਮੀ ਪਾर्टी है, बेअदबी ਦੇ ਸਿਰ ਦੇ ਉੱਤੇ ਕੁਰਸੀ ਚਾਹੁੰਦੇ ਨੇ। करप्शन के खिलाफ ये अभियान चला दो, अरे प्रगट की और सिद्धू की हस्ती को मिटा दो। इंसाफ हो रहा है तो इंसाफ खुल के हो, सुख सरकारिया और सिंगला को भी सूली पे चढ़ा दो। कला ਇਹਦੇ ਖਿਲਾਫ ਜਾਂਚ ਕਿਉਂ ਕਰ ਰਹੇ ਹੋ? ਪੰਜਾਬ 'ਚ ਬਹੁਤ ਵੱਡਾ ਭ੍ਰਿਸ਼ਟਾਚਾਰ। ਅਕਸਰ ਬੇਬਾਕੀ ਨਾਲ ਪੰਜਾਬ ਦੇ ਮੁੱਦਿਆਂ ਤੇ ਖੁੱਲ੍ਹ ਕੇ ਬੋਲਣ ਵਾਲੇ ਮਨਦੀਪ ਸਿੰਘ ਮੰਨਾ ਹੁਣ ਨਵਜੋਤ ਸਿੰਘ ਸਿੱਧੂ ਨਾਲ ਨਜ਼ਦੀਕੀਆਂ ਵਧਾਉਂਦੇ ਨਜ਼ਰ ਆ ਰਹੇ ਹਨ। ਅੱਜ ਮਨਦੀਪ ਮੰਨਾ ਪਟਿਆਲਾ 'ਚ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਤੇ ਮਿਲਣ ਲਈ ਪਹੁੰਚੇ ਸਨ। ਮੀਡੀਆ ਨਾਲ ਗੱਲਬਾਤ ਕਰਦੇ ਮਨਦੀਪ ਮੰਨਾ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਇਹ ਕਹਿਣ ਲਈ ਆਏ ਹਨ ਕਿ ਕੇਵਲ ਬੇਅਦਬੀ ਦੇ ਮੁੱਦੇ ਨੂੰ ਟਵਿੱਟਰ ਉੱਪਰ ਚੁੱਕਣ ਨਾਲ ਕੁਝ ਨਹੀਂ ਹੋਣਾ, ਬਲਕਿ ਖੁੱਲ੍ਹ ਕੇ ਮੈਦਾਨ 'ਚ ਆਉਣਾ ਪੈਣਾ ਹੈ। ਇਸ ਮੌਕੇ ਮਨਦੀਪ ਮੰਨਾ ਨੇ ਨਵਜੋਤ ਸਿੰਘ ਸਿੱਧੂ ਨੂੰ ਕਈ ਸਵਾਲ ਵੀ ਪੁੱਛੇ ਹਨ। ਉਹਨਾਂ ਨੇ ਸਿੱਧੂ ਨੂੰ ਪੁੱਛਿਆ ਹੈ ਕਿ 2015 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਪਰੰਤੂ ਉਹ 2017 ਤੱਕ ਕਿਉਂ ਚੁੱਪ ਬੈਠੇ ਰਹੇ ਸੀ। ਇਸ ਦੇ ਨਾਲ ਹੀ ਮੰਨਾ ਨੇ ਸਿੱਧੂ ਨੂੰ 2004 ਤੋਂ ਲੈ ਕੇ 2021 ਤੱਕ ਦੇ ਸਿਆਸੀ ਸਫ਼ਰ 'ਚ ਕੀਤੇ ਪੰਜਾਬ ਲਈ ਕਿਸੇ ਇੱਕ ਸੰਘਰਸ਼ ਬਾਰੇ ਵੀ ਸਵਾਲ ਦਾਗਿਆ ਹੈ। ਡੇਲੀ ਤੁਸੀਂ ਦੇਖਦੇ ਹੋ ਕਿ ਟਵਿੱਟਰ ਦੇ ਉੱਤੇ, YouTube ਦੇ ਉੱਤੇ ਸਿੱਧੂ ਸਾਹਿਬ ਇੱਕ ਬੇਅਦਬੀ ਦੇ ਬਾਰੇ ਮੈਸੇਜ ਦਿੰਦੇ ਨੇ ਔਰ ਉਸ ਤੋਂ ਕੈਪਟਨ ਅਮਰਿੰਦਰ ਸਿੰਘ ਵੀ ਇਹਨਾਂ ਤੋਂ ਖਫਾ ਹੋ ਜਾਂਦੇ ਨੇ। ਔਰ ਮੈਨੂੰ ਵੀ ਕਈ ਵਾਰੀ ਫੇਸਬੁੱਕ ਤੇ ਦੇਖੋ, ਹਰ ਬੰਦੇ ਦੇ ਫਾਲੋਅਰ ਨੇ, ਤੁਹਾਡੇ ਚੈਨਲ ਦੇ ਅਲੱਗ ਨੇ, ਤੁਹਾਡੇ ਚੈਨਲ ਦੇ ਅਲੱਗ ਨੇ, ਕਿ ਜੋ ਕੋਈ ਬੰਦਾ ਸੱਚ ਬੋਲਦਾ ਉਹਨੂੰ ਦੇਖਣ ਵਾਲੇ, ਆਪਣਾ ਪੱਖ ਰੱਖਣ ਵਾਲੇ ਲੋਕ ਥੱਲੇ ਹੁੰਦੇ ਨੇ ਉਹਨਾਂ ਦੇ। ਔਰ ਸਿੱਧੂ ਸਾਹਿਬ ਦੇ ਕਈ ਬੰਦੇ ਜਿਹੜੇ ਮੈਨੂੰ ਥੱਲੇ ਮੈਸੇਜ ਕਰਦੇ ਨੇ ਕਿ ਵਧੀਆ ਨੇ, ਇਹਨਾਂ ਦੇ ਨਾਲ ਮਿਲ ਕੇ ਚੱਲੋ। ਠੀਕ ਆ, ਮੇਰੇ ਮਤਭੇਦ ਹੋ ਸਕਦੇ ਕਿਉਂਕਿ ਇਹਨਾਂ ਸ਼ਹਿਰ ਦੇ ਵਿੱਚ ਸਾਡੇ ਕੀਤਾ ਕੁਛ ਨਹੀਂ, ਪਰ ਆਪਣੇ ਆਪ ਦੇ ਵਿੱਚ ਪੰਜਾਬ ਦੀ ਆਵਾਜ਼ ਬਣਨ ਦੀ ਇਹ ਕੋਸ਼ਿਸ਼ ਕਰਦੇ ਨੇ। ਅੱਜ ਮੈਂ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਉਹ ਜਿਹੜੇ ਇਹਨਾਂ ਦੇ ਫਾਲੋਅਰਸ ਨੇ, ਮੈਂ ਹਰ ਬੰਦੇ ਦੀ ਕਦਰ ਕਰਦਾ। ਜਿਹੜੇ ਬੰਦੇ ਤੁਹਾਡੇ ਪਾਸੋਂ ਹੋਣਗੇ ਮੈਂ ਉਹਨਾਂ ਦੀ ਵੀ ਕਦਰ ਕਰਦਾ, ਕਿਉਂਕਿ ਮੈਂ ਕਦੀ ਵੀ ਕਿਸੇ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਝੁਕਾਂ ਤੇ ਮੈਂ ਸਵਾਏ ਰੱਬ ਤੋਂ ਨਾ ਜ਼ਿੰਦਗੀ 'ਚ ਕਿਸੇ ਦੇ ਅੱਗੇ ਝੁਕਿਆ ਤੇ ਨਾ ਝੁਕਣਾ। ਪਰ ਇਸ ਪੰਜਾਬ ਲਈ ਮੈਨੂੰ ਕਿਸੇ ਦੇ ਘਰ ਵੀ ਜਾਣਾ ਪਵੇ ਕਿ ਗੈਰਤ ਇਤਨੀ के लिए अपने लिए किसी दर पर झुका नहीं, ਬੇਗੈਰਤ इतना हूँ कि लोगों के लिए कोई दर छोड़ा नहीं। ਅੱਜ ਮੈਂ ਇੱਥੇ ਆਇਆ, ਮੇਰੇ ਮਕਸਦ ਇਹ ਸੀਗਾ ਕਿ ਇਹਨਾਂ ਨੂੰ ਮੈਂ ਮਿਲ ਕੇ ਕਹਿੰਦਾ ਕਿ ਸਿੱਧੂ ਸਾਹਿਬ ਰੋਜ਼ YouTube ਦੇ ਉੱਤੇ, ਟਵਿੱਟਰ ਦੇ ਉੱਤੇ ਤੁਸੀਂ ਆਪਣਾ ਪੱਖ ਰੱਖਦੇ ਹੋ। YouTube ਦੇ ਨਾਲ ਤੇ ਟਵਿੱਟਰ ਦੇ ਨਾਲ ਲੜਾਈ ਨਹੀਂ ਲੜੀ ਜਾਣੀ, ਖੁੱਲ੍ਹ ਕੇ ਲੜਾਈ ਲੜੋ, ਖੁੱਲ੍ਹ ਕੇ ਮੈਦਾਨ ਦੇ ਵਿੱਚ ਆਓ। ਕੁਝ ਮੇਰੇ ਮਨ ਦੇ ਵਿੱਚ ਸਵਾਲ ਸੀਗੇ ਜਿਹੜੇ ਅੱਜ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਅੱਜ ਬੇਅਦਬੀ ਦਾ ਬਹੁਤ ਜ਼ਿਆਦਾ ਦਰਦ ਹੈ ਤੁਹਾਡੇ ਮਨ ਦੇ ਵਿੱਚ ਜੋ ਦੇਖਣ ਨੂੰ ਮਿਲਦਾ, ਜਿਹਦੇ ਨਾਲ ਪੰਜਾਬ ਜਿਹੜਾ ਭਰਮਾਇਆ ਵੀ ਜਾ ਰਿਹਾ ਕਿ ਸਿੱਧੂ ਸਾਹਿਬ ਬੇਅਦਬੀ ਦੇ ਉੱਤੇ ਬੋਲ ਰਹੇ ਨੇ। ਕੁਝ ਤੁਹਾਡੇ ਮਾਧਿਅਮ ਰਾਹੀਂ ਜਿੱਦਣ ਤੁਹਾਨੂੰ ਮਿਲਣਗੇ ਤੁਸੀਂ ਇਹਨਾਂ ਨੂੰ ਸਵਾਲ ਕਰ ਲੈਣਾ ਕਿ ਆ ਮੇਰੇ ਕੋਲ ਨੋਟ ਹੈ ਸਾਰਾ 2015 ਦੇ ਵਿੱਚ ਜਿਹੜੀ ਬੇਅਦਬੀ ਹੁੰਦੀ ਹੈ। ਜੇ ਮੈਂ ਕਿਸੇ ਗੱਲ ਤੇ ਝੂਠਾ ਹੋਵਾਂ ਤਾਂ ਮੈਂ ਅੱਜ ਵੀ ਇਹਨਾਂ ਨੂੰ ਕਹਿੰਦਾ ਕਿ ਗਿਲੇ ਸ਼ਿਕਵੇ ਛੱਡ ਕੇ ਮੈਂ ਤੁਹਾਡੇ ਕੋਲ, ਜੇ ਤੁਹਾਡਾ ਕਿਤੇ ਮੇਰੇ ਨਾਲ ਦਿਲ ਦੁਖਿਆ ਹੋਵੇ ਤਾਂ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ, ਪਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰੋ, ਬਾਹਰ ਖੁੱਲ੍ਹ ਕੇ ਆ ਕੇ ਲੜੋ। 2015 'ਚ ਬੇਅਦਬੀ ਹੁੰਦੀ ਹੈ। 2015 ਤੋਂ 2017 ਤੱਕ ਸਾਰ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਧਰਮ ਪਤਨੀ ਨੇ ਉਹ ਅਕਾਲੀ ਦਲ ਦੇ ਵਿੱਚ ਬਤੌਰ ਜਿਹੜੇ ਉਹ ਪਾਰਲੀਮਾਨੀ ਸੈਕਟਰੀ ਵਜ਼ੀਰ ਰਹਿੰਦੇ ਨੇ। 2015 ਦੇ ਵਿੱਚ ਸਾਰਾ ਪੰਜਾਬ ਸੜਕਾਂ ਤੇ ਆ ਗਿਆ ਸੀਗਾ। 2015 ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅੱਗ ਲੱਗੀ ਸੀਗੀ। ਉਹ 2 ਸਾਲ ਤੁਸੀਂ ਕਿਉਂ ਨਹੀਂ, ਮਤਲਬ ਤੁਹਾਡੀ ਵਾਈਫ ਨੇ ਛੱਡਿਆ ਬੇਅਦਬੀ ਦੇ ਦੋਸ਼ 'ਚ, ਜਦੋਂ ਦੋਸ਼ ਹੀ ਬਾਦਲਾਂ ਦੇ ਉੱਤੇ, ਅੱਜ ਆਪਾਂ ਬਾਦਲਾਂ ਨੂੰ ਦੋਸ਼ੀ ਠਹਿਰਾ ਰਹੇ ਹਾਂ। ਉਹਨਾਂ 2 ਸਾਲਾਂ ਦੇ ਵਿੱਚ ਇੱਕ ਸਿੰਗਲ ਤੁਹਾਡਾ ਟਵੀਟ, ਜਦੋਂ ਟਵਿੱਟਰ ਨਹੀਂ ਸੀ ਹੈਗਾ ਤੇ ਕੋਈ YouTube ਤੇ, ਕੋਈ ਫੇਸਬੁੱਕ ਤੇ, ਪ੍ਰੈਸ ਤੁਹਾਨੂੰ ਹਮੇਸ਼ਾ ਲੱਭਦੀ ਰਹਿੰਦੀ ਹੈ ਮਤਲਬ। ਤੇ ਸਿੱਧੂ ਸਾਹਿਬ ਕੋਈ ਇੱਕ ਸਟੇਟਮੈਂਟ ਦੱਸ ਦਿਓ ਜਿਹੜੀ ਤੁਸੀਂ 2015 ਤੋਂ 17 ਤੱਕ ਦਿੱਤੀ ਹੋਵੇ। ਔਰ ਉਸ ਤੋਂ ਬਾਅਦ ਆ ਜਾਓ 2004 ਦੇ ਸਾਰ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਵਿੱਚ ਆਏ ਨੇ, ਉੱਥੋਂ ਇਹਨਾਂ ਆਪਣੀ ਜਿਹੜੀ ਸਿਆਸੀ ਪਾਰੀ ਸ਼ੁਰੂ ਕੀਤੀ। ਔਰ 2004 ਤੋਂ 2021 ਤੱਕ ਅੱਜ ਤੱਕ ਅੰਮ੍ਰਿਤਸਰ ਦੀ ਜਨਤਾ ਨੇ, ਅੰਮ੍ਰਿਤਸਰ ਦੇ ਲੋਕਾਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਮੌਜਾਂ ਕਰਾਈਆਂ, ਬਹੁਤ ਜ਼ਿਆਦਾ ਮਾਨ ਸਨਮਾਨ ਦਿੱਤਾ। ਜਿਹੜਾ ਉਹਦੇ ਵਿੱਚ ਇਹ 3 ਵਾਰੀ MP ਬਣਾਏ ਜਾਂਦੇ ਨੇ, 1 ਵਾਰੀ ਇਹਨਾਂ ਦੀ ਵਾਈਫ ਜਿਹੜੀ 5 ਸਾਲ ਵਜ਼ੀਰ ਰਹਿੰਦੀ ਹੈ, ਔਰ ਉਸ ਤੋਂ ਬਾਅਦ ਸਿੱਧੂ ਸਾਹਿਬ ਆਪ ਵਜ਼ੀਰ ਬਣ ਜਾਂਦੇ ਨੇ ਤੇ ਆਪ ਬਤੌਰ ਅੱਜ MLA ਅੱਜ ਵੀ ਨੇ। ਅੱਜ ਆ ਸਰਕਾਰੀ ਤੰਤਰ ਤੁਸੀਂ ਦੇਖ ਸਕਦੇ ਹੋ, ਇਹ ਗੱਡੀਆਂ ਇਹ ਅੰਮ੍ਰਿਤਸਰ ਦੇ ਲੋਕਾਂ ਦੀਆਂ ਦਿੱਤੀਆਂ ਗੱਡੀਆਂ ਨੇ। ਉੱਦਾਂ ਕਿਸੇ ਨੂੰ ਇੱਦਾਂ ਪਾਇਲਟ ਤੇ ਸਰਕਾਰੀ ਗੱਡੀਆਂ ਮਿਲਦੀਆਂ ਨੇ। ਉਹਦੇ ਬਦਲੇ ਤੁਸੀਂ ਇੱਕ ਸਿੰਗਲ ਸੰਘਰਸ਼ ਦੱਸ ਦਿਓ ਜਿਹੜਾ ਤੁਸੀਂ ਪੰਜਾਬ ਲਈ ਕੀਤਾ ਹੋਵੇ। ਇੱਕ ਸਿੰਗਲ ਮਤਲਬ ਮੈਨੂੰ ਐਫਰਟ ਦੱਸ ਦਿਓ। ਲੋਕੀ ਲਾਂਘਾ ਕਰਦੇ ਨੇ, ਮੈਂ ਕਦਰ ਕਰਦਾ, ਗੁਰੂ ਨਾਨਕ ਸਾਹਿਬ ਨਾਲ ਮੈਨੂੰ ਵੀ ਪਿਆਰ ਹੈ, ਤੁਹਾਨੂੰ ਵੀ ਹੈਗਾ, ਸਾਰੀ ਸੰਗਤ ਨੂੰ ਪਿਆਰ ਹੈ। ਉਹ ਲਾਂਘਾ ਇਹਨਾਂ ਦੇ ਸੰਘਰਸ਼ ਨਾਲ ਨਹੀਂ ਖੁੱਲਿਆ, ਉਹ ਕਹਿ ਸਕਦੇ ਹੋ ਇਹਨਾਂ ਦੇ ਯਰਾਨੇ ਨਾਲ ਖੁੱਲਿਆ। ਮੈਂ ਕਹਿਣ ਆਇਆ ਸੀਗਾ ਕਿ 21 ਸਾਲ 2004 ਤੋਂ ਲੈ ਕੇ 2021 ਤੱਕ 17-18 ਸਾਲ ਤੁਸੀਂ ਸਾਡੇ ਲੋਕਾਂ ਦੇ ਸਿਰ ਤੇ ਮੌਜਾਂ ਕੀਤੀਆਂ ਨੇ।
ਔਰ ਉਹਦੇ ਬਦਲੇ ਹੁਣ ਹੀ ਕੁਝ ਮੁੱਲ ਮੋੜ ਦਿਓ, ਹੁਣ ਹੀ ਕੁਝ ਅਦਾ ਕਰ ਦਿਓ, ਹੁਣ ਬਾਹਰ ਆ ਕੇ ਲੜੋ कि अल्फाज और जुमले ही काफ़ी नहीं, रूहदारी ना हो तो इबारत ही लवारस है। केवल यूट्यूब के उत्ते लड़ाई लड़ी जा सकती है। अज तुसी चैनल चलाते हो कि चैनल दे तुसी कह सकते हो कि प्राइम एशिया या दूजे तीजे दैनिक सवेरा असी अपने कैंडीडेट खड़े करांगे तो पंजाब जित सकते हैं। पंजाब जितन लई तुहानूं सड़कों ते आउणा पऊगा। और मैं अज इन्हां नूं इत्थे वंगार के कहना तुहाडे कोल दो ही हल बचे ने सिद्धू साहब, जां ते कैप्टन अमरिंदर सिंह दे अगे सरैंडर कर दिओ ते जां उहदे नाल फाइट करो। मैनूं तीजा हल दस दिओ तुहाडे कोल की हैगा, फिर करना क्यों नहीं चाहुंदे? अपनी पार्टी तुसी बना नहीं रहे, दूजी पार्टी तुहानूं कोई झल नहीं रहे, फिर सानूं पंजाबियां नूं गुमराह क्यों करदे हो? तुसी करना की चाहुंदे हो? मैं यही पुछण इन्हां नूं आया सी और बड़े प्यार नाल, मैं कोई माड़ा लफ्ज़ नहीं इन्हां वास्ते वरतना, इन्हां दे घर बाहर खड़ा वां। एक मतलब तुसी मैनूं दस दिओ तुहाडे मन च की है, तुसी करना की चाहुंदे ते होना की है? अज असीं पंजाबी सारे झाक ला के बैठे, अज तुसी भी इत्थे मौके दे उत्ते पहुंच गए हो सारे जाने कि सिद्धू साहब दा अगला स्टैप की होना, सिद्धू साहब करना की चाहुंदे ने। ते मैं भविष्यवाणी जे कर देवां, होर पार्टी जे किते जा नहीं रहे, ये चाह दे कप ते लंच दे उत्ते आके सारी गल मुक जानी आ। अज असीं बेदबी करी जाने आ। हर बंदा चाहे कोई भी पार्टी होवे, चाहे वो अकाली दल है, चाहे कांग्रेस है, चाहे नवजोत सिंह सिद्धू ने, चाहे आम आदमी पार्टी है, बेदबी दे सिर दे उत्ते कुर्सी चाहुंदे ने कि किसी तरीके मिल जाए। जिवें कैप्टन अमरिंदर सिंह ने 2017 ਦੇ ਵਿੱਚ बेदबी ਦੇ ਸਿਰ ਦੇ ਉੱਤੇ ਕੁਰਸੀ ਮੱਲੀ ਸੀ, ਉਸੇ ਤਰੀਕੇ ਤੁਸੀਂ ਵੀ ਅੱਜ बेदबी ਦੀ ਰਾਜਨੀਤੀ ਸ਼ੁਰੂ ਕਰ ਦਿੱਤੀ। ਮੈਂ ਤੁਹਾਨੂੰ ਕਹਿਣਾ ਜੇ ਤੁਸੀਂ ਸੱਚੇ ਦਰਦੀ ਹੋ ਪੰਜਾਬ ਦੇ, ਲਓ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਅੱਜ बेदबी ਦੇ ਦੋਸ਼ੀ ਫੜੇ ਜਾਂਦੇ ਨੇ ਸਾਰੇ, ਉਹਨਾਂ ਨੂੰ ਸਜ਼ਾਵਾਂ ਹੋ ਜਾਂਦੀਆਂ ਨੇ, ਉਹ ਜੇਲ੍ਹ 'ਚ ਚਲੇ ਜਾਂਦੇ ਨੇ, ਫਿਰ ਪੰਜਾਬ ਦਾ ਰੈਵਨਿਊ ਠੀਕ ਹੋ ਜਾਊਗਾ। ਪੰਜਾਬ ਦੇ ਹੋਰ ਮੁੱਦਿਆਂ ਦੇ ਉੱਤੇ ਬੜੀ ਲੜਾਈ ਲੜਨ ਦੀ ਲੋੜ ਹੈ ਕਿ ਸਾਰ ਨਵਜੋਤ ਸਿੰਘ ਸਿੱਧੂ ਜੀ ਬਾਹਰ ਆ ਕੇ ਨਿਕਲੋ, ਉਹਦੀ ਲੜਾਈ ਲੜੋ। ਰੇਤਾ ਦਾ ਮੁੱਦਾ, ਸ਼ਰਾਬ ਦਾ, ਨਸ਼ੇ, ਪੜ੍ਹਾਈ, बेरोजगारी, सेहत, अज दुनिया मर रही है, तुसी बाहर आके लड़ाई क्यों नहीं लड़ रहे? कल्ले घर दे विच ट्विटर दे उत्ते बेदबी करी जाण नाल पंजाब सौखा नहीं होना। मन्ना साहब गलबात होई कोई उन्हां नाल जी? मैं कुछ नहीं जी, कल दा पोस्ट मैं पाया सीगा, पोस्टर इन्हां दे बंदियां दो तिन्नां नूं मैं फोन कीता सी, आस मैनूं भी नहीं सी कि ये मैनूं मिलणगे। कारण की है? देखो जिहड़ा बंदा 2-2 साल सियासत तो, मैनूं गल पूरी कर लैंदे हो, मैं फिर तुहाडे मतलब सवालों के जवाब भी दे देंगा कि देखो बटाला ब्लास्ट, शराब नाल इन्ने बंदे मतलब मर गए, 150 बंदा मरिया, तुसी सारिਆਂ ने उत्थे जाके कवरेज कीती। हुण करोना दे नाल दुनिया इन्नी मर रही है, ऑक्सीजन की कमी है, टीके नहीं मिल रहे, दवाइयां नहीं मिल रही, तो कल्ला तुसी बेअदबी दा इशू फड़ के बह गए कि लोकी बड़े भावुक ने, सेंसिटिव इशू दे उत्ते तुसी काम करना चाहुंदे हो और लोकां नूं गुमराह करना चाहुंदे हो। लोक मर रहे ने और तुसी ट्विटर उत्ते फेसबुक दे उत्ते फैर कड्ढी जा रहे हो। तुसी आके खुल के मैदान च लड़ो ना। बाबा नानक ने लिखिया कि जाओ तो प्रेम खिलन का चाहो, सिर धर तली गली मुरी आओ, इत मार्ग पैर तरीजे, सिर दीजे कान ना कीजे। अज तुसी मैदान च आके क्यों नहीं लड़ते? अज तुसी लोकां दी लड़ाई क्यों नहीं लड़ रहे? 2-2 साल तुसी मेरे मिलण दी गल करदे हो, 2-2 साल जिन्हां लोकां ने इन्हां नूं वोटां पा के ताज इन्हां दे सिर ते मतलब बिठाया, जिन्हों ये कहिंदे सी कि मेरी पग दे लड़ ने लोग, अज पग खिलरी फिरदी हलके दे विच इन्हां नूं लभदी फिरदी है। अज सार नवजोत सिंह सिद्धू उन्हां दी मां नहीं फड़दे, जिहड़े इन्हां दे चुणे काउंसलर ने उन्हां दी मां नहीं फड़दे। प्रगट सिंह दे तुसी की हाल देखिया? मेरे ख्याल ਉਹਨੂੰ अजे तक नहीं मिले। ਜਿਹੜਾ ਬੰਦਾ 2-2 ਸਾਲ ਗਾਇਬ ਹੋ ਜਾਂਦਾ, ਤੁਸੀਂ ਕੀ ਸਮਝਦੇ ਵੀ ਉਹਦੇ ਹੱਥ 'ਚ ਪੰਜਾਬ ਦੀ ਵਾਗਡੋਰ ਜੇ ਦੀ ਦੇ ਦੇਣੀ ਚਾਹੀਦੀ ਆ? ਇਹੀ ਕੁਝ ਸਵਾਲ ਜਿਹੜੇ ਮੈਂ ਕਰਨ ਆਇਆ ਸੀਗਾ ਔਰ ਮੈਂ ਇਹਨਾਂ ਨੂੰ ਅਜੇ ਵੀ ਕਹਿਣ ਆਇਆ ਕਿ ਸਿੱਧੂ ਸਾਹਿਬ ਪੰਜਾਬ ਲਈ ਲੜੋ, ਮੇਰੇ ਗਿਲੇ ਸ਼ਿਕਵੇ ਸਾਰੇ ਹੀ ਖਤਮ, ਅਸੀਂ ਤੁਹਾਡੇ ਨਾਲ ਢਾਲ ਬਣ ਕੇ ਖੜਾਂਗੇ। ਕਰਪਸ਼ਨ, ਜੇ ਤੁਹਾਡੀ ਕਰਪਸ਼ਨ ਦੇ ਸਿਰ ਤੇ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਡਰਾ ਰਿਹਾ ਤੇ ਕਰਪਸ਼ਨ ਤੇ ਤੁਹਾਡੀ ਇਕੱਲਿਆਂ ਦੀ ਨਹੀਂ ਹੈਗੀ, ਕਰਪਸ਼ਨ ਤੇ ਆ ਸ਼ਹਿਰ ਦੀ ਪਰਲੀ ਸੜਕ ਤੇ ਬ੍ਰਾਹਮਣਦਰਾ ਰਹਿੰਦਾ, ਉਹ ਇਹਨਾਂ ਦਾ ਵੀ ਸਿਰਾ ਨਿਕਲਿਆ। ਕੈਪਟਨ ਅਮਰਿੰਦਰ ਸਿੰਘ ਦਾ ਹੀ ਕੈਸ਼ੀਅਰ ਆ, ਸੁੱਖ ਸਰਕਾਰੀ ਆ, ਉਹ ਸਾਰਿਆਂ ਦਾ ਹੀ ਸਿਰਾ, ਜਿੰਨਾ ਪੰਜਾਬ ਉਹਨੇ ਲੁੱਟ ਕੇ ਖਾ ਲਿਆ। ਆ ਪਰਲੇ ਪਾਸੇ ਮੇਰੇ ਖਿਆਲ ਸਿੰਗਲਾ ਮਿਨਿਸਟਰ ਹੈ, ਲੋਕ ਉਹ ਕਰਪਸ਼ਨ ਦੀ ਬੋਲੀ ਕਰਾਉਂਦਾ ਕਿ ਮੈਨੂੰ ਵੱਧ ਤੋਂ ਵੱਧ ਪੈਸੇ ਕੌਣ ਦਊਗਾ ਤੇ ਉਹਨੂੰ ਮੈਂ ਟੈਂਡਰ ਦੇਣੇ ਨੇ। ਇਹਨਾਂ ਸਾਰਿਆਂ ਦੀ ਜਾਂਚ ਜਿਹੜੀ ਹੋਣੀ ਚਾਹੀਦੀ ਆ, ਉਹਨਾਂ ਦੀਆਂ ਫਾਈਲਾਂ ਤੁਹਾਨੂੰ ਮੈਂ ਦੇ ਦੂੰਗਾ ਤੇ ਇਹਨਾਂ ਦੇ ਅੱਗੇ ਰੱਖ ਦਿਓ ਵੀ ਆਓ ਲੜੋ, ਇਹਨਾਂ ਦੀਆਂ ਫਾਈਲਾਂ ਵੀ ਚੈੱਕ ਕਰੋ, ਫਿਰ ਮੇਰੇ ਵੱਲ ਮਤਲਬ ਤੁਸੀਂ ਤੁਹਾਡੇ ਨਾਲ ਦਿਲ ਕਿਉਂ ਦੁਖਦਾ ਲੋਕਾਂ ਦਾ? ਕਿਉਂਕਿ ਤੁਸੀਂ ਇੱਕ ਚਿਹਰਾ ਪੇਸ਼ ਕੀਤਾ ਸੀਗਾ ਕਿ ਮੈਂ ਬਹੁਤ ਇਮਾਨਦਾਰ ਹਾਂ, ਜਦੋਂ ਤੁਹਾਡੇ ਤੇ ਦੋਸ਼ ਲੱਗਦੇ ਨੇ ਤੇ ਸਾਡਾ ਵੀ ਦਿਲ ਦੁਖਦਾ ਸੀਗਾ ਵੀ ਯਾਰ ਤੁਸੀਂ ਇਹੋ ਜਿਹੇ ਬੰਦੇ ਹੋ, ਤੁਸੀਂ ਬਦਲਾਵ ਕੀ ਕੀਤਾ? ਆਪਾਂ ਰੇਤਾ ਦੇ ਉੱਤੇ ਬੋਲੇ, ਕੇਬਲ ਮਾਫੀਆ ਦੇ ਉੱਤੇ ਬੋਲੇ, ਜੋ ਕੁਝ ਤੁਹਾਡੇ ਕਾਰਜਕਾਲ 'ਚ ਤੁਹਾਡੇ ਮਹਿਕਮੇ ਦੇ ਵਿੱਚ ਹੁੰਦਾ ਰਿਹਾ ਉਹਦੇ ਉੱਤੇ ਤੇ ਤੁਸੀਂ ਕਦੀ ਸਵਾਲ ਨਹੀਂ ਖੜੇ ਕੀਤੇ। ਉਹ ਜਿਉਂ ਤੋਂ ਪਹਿਲਾਂ ਚੱਲਦਾ ਸੀਗਾ ਤੇ ਉਹੀ ਹੁਣ ਚੱਲ ਰਿਹਾ ਸੀਗਾ। ਸੋ ਤੁਹਾਡੇ ਕਰਕੇ ਪੰਜਾਬ ਦੇ ਵਾਸੀਆਂ ਦਾ ਜੇ ਕਰਪਸ਼ਨ ਸਾਬਤ ਹੋ ਜਾਂਦੀ ਆ ਤੇ ਉਹਦੇ ਕਰਕੇ ਦਿਲ ਦੁਖਣਾ ਲੋਕਾਂ ਦਾ ਕਿ ਤੂੰ ਬਹੁਤ ਡਿੰਗਾ ਮਾਰੀਆਂ ਸੀ, ਤੇਰੇ ਤੋਂ ਆਸਾਂ ਬੜੀਆਂ ਸੀ। ਇੱਥੇ ਮੇਰਾ ਖਿਆਲ ਹੋਰ ਕੋਈ ਮਿਨਿਸਟਰ ਤੁਰਿਆ ਜਾਵੇ ਜਾਂ ਸੁੱਖ ਸਰਕਾਰੀ ਆ ਤਾਂ ਸਾਨੂੰ ਪਤਾ ਹੈ, ਸਾਡਾ ਦਿਲ ਨਹੀਂ ਦੁਖਣਾ, ਸਾਨੂੰ ਪਤਾ ਹੈ ਠੱਗ ਹੈ, ਉਹਦੇ ਨਾਲ ਸਾਡਾ ਕੋਈ ਦਿਲ ਥੋੜੀ ਦੁਖਣਾ। ਆ ਬ੍ਰਾਹਮਣਦਰਾ ਜਾਣਗੇ, ਇਹਨਾਂ ਨਾਲ ਕੋਈ ਦਿਲ ਨਹੀਂ ਦੁਖਦਾ ਜਨਤਾ ਦਾ, ਪਤਾ ਇਹਨਾਂ ਦਾ ਪ੍ਰੋਫੈਸ਼ਨ ਹੀ ਇਹੋ ਜਿਹਾ ਠੱਗੀਆਂ ਮਾਰਨੀਆਂ ਸਿੰਗਲਾ। ਇਹ ਸਿੰਗਲੇ ਵਰਗੇ ਮਿਨਿਸਟਰ, ਇਸ ਕਰਕੇ ਤੁਹਾਡੇ ਤੇ ਲੋਕਾਂ ਨੂੰ ਆਸਾਂ ਸੀ, ਲੋਕਾਂ ਦਾ ਦਿਲ ਜਿਹੜਾ ਦੁਖਿਆ। ਤੇ ਜੇ ਤੁਸੀਂ ਬਿਲਕੁਲ ਪਾਕ ਸਾਫ਼ ਹੋ, ਰੋਜ਼ ਉਹ ਤੁਹਾਨੂੰ ਡਰਾ ਰਿਹਾ ਤੇ ਆਓ ਵਿਜੀਲੈਂਸ ਦੇ ਦਫ਼ਤਰ ਬੈਠ ਜਾਓ ਨਾ, ਜਾ ਕੇ ਉੱਥੇ ਸਿਰ ਤੇ ਬੰਨੋ ਪਰਨਾ, ਉਹਨਾਂ ਨੂੰ ਕਹੋ ਲਿਆਓ ਕੱਢੋ ਮੇਰਾ ਕੀ ਕੱਢਣਾ ਚਾਹੁੰਦੇ ਹੋ। ਆਪਾਂ ਨੂੰ ਡਰ ਕਾਹਦਾ ਸਤਾ ਰਿਹਾ? ਆਪਾਂ ਡਰੇ ਕਿਉਂ ਆ? ਤੁਹਾਡੇ ਬੰਦਿਆਂ ਨੂੰ
ਕੈਪਟਨ ਅਮਰਿੰਦਰ ਸਿੰਘ ਨੇ ਡਰਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਸਰਕਾਰ ਤੋਂ ਤੁਹਾਡੇ ਕਰਕੇ ਕਿਨਾਰਾ ਕਰ ਲਿਆ। ਪ੍ਰਗਟ ਸਿੰਘ ਉਹਦੇ ਉਸ ਤੋਂ ਅੱਗੇ ਆ ਜਾਓ, ਤੁਹਾਡੀ ਘਰ ਵਾਲੀ ਦੇ ਨਾਂ ਦੇ ਉੱਤੇ ਉਹ ਫਾਈਲਾਂ ਜਿਹੜੀਆਂ ਉਹ ਖੋਲ੍ਹ ਰਹੇ ਨੇ ਕੈਪਟਨ ਅਮਰਿੰਦਰ ਸਿੰਘ। ਜੇ ਤੁਸੀਂ ਆਪਣੀ ਘਰ ਵਾਲੀ ਦੇ ਨਾਲ ਨਹੀਂ ਖਲੋ ਸਕਦੇ, ਆਪਣੇ ਬੰਦਿਆਂ ਨਾਲ ਨਹੀਂ ਖਲੋ ਸਕਦੇ, ਤੇ ਫਿਰ ਮੈਨੂੰ ਕੀ ਮਿਲੋਗੇ? ਮੇਰੇ ਨਾਲ ਕੀ ਖਲੋਗੇ? ਤੇ ਤੁਸੀਂ ਪੰਜਾਬ ਦੀ ਜਨਤਾ ਦੇ ਨਾਲ ਕੀ ਖਲੋਗੇ? ਔਰ ਅੱਜ ਤੁਸੀਂ ਦੇਖੋ ਟਵਿੱਟਰ ਤੇ 2-3 ਦਿਨ ਹੋ ਗਏ ਆ, ਫੇਸਬੁੱਕ ਤੇ ਪ੍ਰੂਫ ਹੈ ਨਾ ਮੇਰੇ ਖਿਆਲ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਨੇ, ਸਿਰਫ ਬਾਦਲ। ਔਰ ਇਹ ਮੈਨੂੰ ਲੱਗਦਾ ਕਿ ਦੁਬਾਰਾ ਗੋਡੇ ਨਾ ਟੇਕ ਜਾਣ, ਪੰਜਾਬ ਵਾਸੀਆਂ ਦਾ ਦਿਲ ਜਿਹੜਾ ਉਹ ਫਿਰ ਬਹੁਤ ਜ਼ਿਆਦਾ ਦੁਖੂਗਾ। ਇਹਨਾਂ ਵੱਡੇ ਲੀਡਰਾਂ ਨੂੰ ਬਹਾਨਾ ਕੀ ਚਾਹੀਦਾ? ਪ੍ਰਿੰਕਾ ਗਾਂਧੀ ਨੇ ਕਹਿ ਦਿੱਤਾ, ਰਾਹੁਲ ਗਾਂਧੀ ਨੇ ਕਹਿ ਦਿੱਤਾ, ਖਤਮ ਜੀ ਸਾਡੀ ਅੱਜ ਤੋਂ ਬਾਅਦ ਅਸੀਂ ਇੱਕ ਦੂਜੇ ਨਾਲ, ਅਸੀਂ ਪੰਜਾਬੀ ਜਾਵਾਂਗੇ ਕਿੱਥੇ? ਮੈਂ ਸਿਰਫ ਇਹੀ ਚੀਜ਼ਾਂ ਪੁੱਛਣ ਲਈ ਆਇਆ ਸੀ ਕਿ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ, ਜਿਹੜੇ ਇਹਨਾਂ ਦੇ ਫਾਲੋਅਰ ਨੇ, ਕਿ ਗੁੰਮਰਾਹ ਨਾ ਹੋ ਦੋਸਤੋ, ਜਾਂ ਤਾਂ ਇਹਨਾਂ ਨੂੰ ਫੜ ਕੇ ਕੱਢੋ ਬਾਜ਼ਾਰ ਦੇ ਵਿੱਚ ਵੀ ਆਓ ਸਿੱਧੂ ਸਾਹਿਬ ਪੰਜਾਬ ਦੀ ਲੜਾਈ ਲੜੀਏ, ਪੰਜਾਬ ਦੀ ਅੱਗੇ ਲੈ ਕੇ ਜਾਈਏ। ਪੰਜਾਬ ਦੇ ਬਹੁਤ ਮੁੱਦੇ ਨੇ, ਘਰ ਬੈਠਿਆਂ ਲੜਾਈ ਨਹੀਂ ਲੜੀ ਜਾਣੀ। ਔਰ ਇਹਦੇ ਨਾਲ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿਣਾ ਚਾਹੁੰਦਾ ਕਿ ਜਿੰਨੀ ਸਪੀਡ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਉੱਤੇ ਫੜ ਲਈ, ਜਿੰਨੀ ਤੇਜ਼ੀ ਨਾਲ ਇਹਦੀ ਜਾਂਚ ਤੁਸੀਂ 3-4 ਦਿਨਾਂ ਤੋਂ ਕਰਨੀ ਸ਼ੁਰੂ ਕਰ ਦਿੱਤੀ, ਇੰਨੀ ਸਪੀਡ ਤੁਸੀਂ ਬੇਅਦਬੀ ਤੇ, ਨਸ਼ਿਆਂ ਦੇ ਉੱਤੇ, ਸ਼ਰਾਬ ਮਾਫੀਆ ਤੇ, ਰੇਤ ਟਰਾਂਸਪੋਰਟ ਮਾਫੀਆ ਤੇ, ਵਜੀਫਿਆਂ ਦੇ ਸਕੈਂਡਲ ਤੇ, ਸੀਡ ਸਕੈਮ ਤੇ, ਬਟਾਲਾ ਬਲਾਸਟ ਤੇ, ਸ਼ਰਾਬ ਦੀਆਂ ਮੌਤਾਂ ਤੇ, ਦੁਸਹਿਰੇ ਦੇ ਉੱਤੇ ਤੇ ਬਿਕਰਮ ਦੇ ਬੰਦ ਲਿਫਾਫੇ ਦੇ ਉੱਤੇ ਕੀਤੀ ਹੁੰਦੀ ਤੇ ਅੱਜ ਹਾਲਾਤ ਹੀ ਹੋਰ ਹੁੰਦੇ। ਅੱਜ ਤੁਹਾਨੂੰ ਨਵਜੋਤ ਸਿੰਘ ਸਿੱਧੂ ਕੋਲੋਂ ਡਰਨ ਦੀ ਲੋੜ ਹੀ ਨਾ ਪੈਂਦੀ। ਪੰਜਾਬੀ ਤੁਹਾਨੂੰ ਸਿਰ ਤੇ ਚੁੱਕਦੇ, ਤੁਹਾਡਾ ਤੋੜ ਹੀ ਕੋਈ ਨਹੀਂ ਸੀ ਹੋਣਾ। ਤੁਸੀਂ ਸਿਰਫ ਆਪਣੇ ਨਿੱਜੀ ਕਿੜਾਂ ਲਈ ਇਹ ਸਭ ਨਾ ਕਰੋ। ਔਰ ਮੈਂ ਪੁੱਛਣਾ ਚਾਹੁੰਦਾ, ਜਿਹੜੀ ਜਾਂਚ ਨਵਜੋਤ ਸਿੰਘ ਸਿੱਧੂ ਦੀ ਸ਼ੁਰੂ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ, ਕੀ ਉਹ ਬਾਕੀ ਮਹਿਕਮਿਆਂ 'ਚ ਹੁਣ ਬੰਦ ਹੋ ਚੁੱਕਾ, ਜਾਂ ਇਹਨਾਂ ਦੇ ਬਾਅਦ ਉਹ ਜਿਹਨੂੰ ਮਹਿਕਮਾ ਮਿਲਿਆ ਬ੍ਰਹਮਿੰਦਰਾ ਨੂੰ, ਹੁਣ ਉਹ ਕੰਮ ਬੰਦ ਹੋ ਗਏ ਨੇ? ਫਿਰ ਜਾਂਚ ਜਿਹੜੀ ਉਹ ਸਾਰੀ ਹੋਣੀ ਚਾਹੀਦੀ ਹੈ। ਕੇਵਲ ਸਿੱਧੂ ਨੂੰ ਕੋਈ ਮੈਰਿਟ ਦੇ ਉੱਤੇ ਰੱਖ ਲਿਆ, ਸਾਰਿਆਂ ਦੀ ਜਾਂਚ ਕਰੋ, ਜਿਹ 'ਚ ਬ੍ਰਹਮਿੰਦਰਾ ਵੀ ਆਉਂਦਾ, ਸੁਖ ਸਰਕਾਰੀਆ ਵੀ ਆਉਂਦਾ, ਸਿੰਗਲਾ ਵੀ ਆਉਂਦਾ। ਕੇਵਲ ਨਵਜੋਤ ਸਿੰਘ ਸਿੱਧੂ ਦੀ ਜਾਂਚ ਕਿਉਂ? ਕਿਉਂਕਿ ਤੁਹਾਨੂੰ ਸਟੇਟ ਨਾਲ ਕੋਈ ਲੈਣਾ ਦੇਣਾ ਨਹੀਂ, ਤੁਹਾਨੂੰ ਆਪਣੀ ਨਿੱਜੀ ਕਿਹੜ ਨਾਲ ਹੈ ਕਿ ਜਿਹੜਾ ਬੰਦਾ ਬੋਲਦਾ ਉਹਨੂੰ ਮੈਂ ਬਿਠਾਉਣਾ ਕਿਸ ਤਰ੍ਹਾਂ। ਔਰ ਮੈਂ ਕੈਪਟਨ ਅਮਰਿੰਦਰ ਸਿੰਘ ਤੇ ਸ਼ੇਅਰ ਕਹਿਣਾ ਚਾਹੁੰਦਾ कि करप्शन के खिलाफ ये अभियान चला दो, करप्शन के खिलाफ ये अभियान चला दो। अरे प्रगट की और सिद्धू की हस्ती को मिटा दो। इंसाफ हो रहा है तो इंसाफ खुल के हो। सुख सरकारिया और सिंगला को भी सूली पे चढ़ा दो। कला ਇਹਦੇ ਖਿਲਾਫ ਜਾਂਚ ਕਿਉਂ ਕਰ ਰਹੇ ਹੋ? ਪੰਜਾਬ 'ਚ ਬਹੁਤ ਵੱਡਾ ਭ੍ਰਿਸ਼ਟਾਚਾਰ ਹੈ, ਪੰਜਾਬ 'ਚ ਬਹੁਤ ਵੱਡਾ ਮਾਫੀਆ ਹੈ। ਜੇ ਤੁਹਾਨੂੰ ਸੂਬੇ ਨਾਲ ਪਿਆਰ ਹੈ ਤੇ ਫਿਰ ਇਹ ਜਿਹੜੀ ਜਾਂਚ ਤੁਸੀਂ ਅੱਜ ਸ਼ੁਰੂ ਕੀਤੀ, ਤੁਹਾਡੇ ਕੋਲ 2-3 ਸਾਲ ਪਹਿਲਾਂ ਹੀ ਫਾਈਲਾਂ ਹੈਗੀਆਂ ਸੀ, ਉਦੋਂ ਜਾਂਚ ਕੰਪਲੀਟ ਕਿਉਂ ਨਹੀਂ ਕੀਤੀ ਗਈ? ਤੁਸੀਂ 3 ਸਾਲ ਤੋਂ ਲਗਾਤਾਰ ਜਿਹਨੂੰ ਜਾਂਚ ਦਾ ਦੋਸ਼ੀ ਕਹਿ ਰਹੇ ਹੋ ਕਿ ਸਿੱਧੂ ਨੇ ਕੀਤਾ ਜਾਂ ਉਹਦੀ ਘਰ ਦੀ ਨੇ ਕੀਤਾ, ਉਹਨੂੰ ਚਾਹ ਦੇ ਉੱਤੇ ਵੀ ਸਾਧਦੇ ਹੋ, ਉਹਨੂੰ ਰੋਟੀ ਦੇ ਉੱਤੇ ਵੀ ਸਾਧਦੇ ਹੋ, ਫਿਰ ਇਹ ਵੀ ਕਹਿੰਦੇ ਹੋ ਕਿ ਤੇਰੇ ਲਈ ਮੈਂ ਮਹਿਕਮਾ ਸਾਫ਼ ਰੱਖਿਆ, ਤੇਰੇ ਵਾਸਤੇ ਇੱਕ ਮੈਂ ਮਹਿਕਮਾ ਕਲੀਅਰ ਰੱਖਿਆ ਤੇ ਆ ਕੇ ਮੰਤਰੀ ਬਣ ਜਾਓ। ਇਹ ਕਿੱਥੋਂ ਦਾ ਇਨਸਾਫ ਹੈ ਸੂਬੇ ਨਾਲ? ਹੁਣ ਤੁਸੀਂ ਬਤੌਰ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਵਾਬ ਦੇਣ ਕਿ ਜੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਾਂਚ ਚੱਲ ਰਹੀ ਸੀ, ਫਿਰ ਇਹਨੂੰ ਚਾਹ ਕਿਉਂ ਪਿਆਉਂਦੇ ਰਹੇ ਸੱਦ ਕੇ? ਤੁਸੀਂ ਇਹਨੂੰ ਰੋਟੀਆਂ ਕਿਉਂ ਖਵਾਉਂਦੇ ਰਹੇ? ਹੁਣ ਇਹ ਤਾਂ ਨਹੀਂ ਤੁਸੀਂ ਕਹਿ ਸਕਦੇ ਕਿ ਮੈਂ ਗ੍ਰਹਿ ਮੰਤਰੀ ਸੀਗਾ, ਮੈਂ ਚਾਹ ਤੇ ਰੋਟੀ ਦੇ ਉੱਤੇ ਪੁੱਛ ਗਿੱਛ ਲਈ ਬੁਲਾਉਂਦਾ ਰਿਹਾ ਇਹਨਾਂ ਨੂੰ। ਇਹ ਸਵਾਲ ਖੜੇ ਹੁੰਦੇ ਨੇ, ਕਰਨੇ ਬਣਦੇ ਨੇ। ਤੁਸੀਂ ਫਿਰ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ ਕਿ ਜਿੰਨੀ ਜਾਂਚ ਤੁਸੀਂ ਸਪੀਡ ਨਾਲ ਚਲਾਈ ਹੈ, ਉਹ ਫਿਰ ਕਿਤੇ ਚਾਹ ਦੇ ਕੱਪ ਦੇ ਉੱਤੇ ਤੇ ਰੋਟੀ ਦੇ ਉੱਤੇ, ਇੱਕ ਖਾਣੇ ਦੇ ਉੱਤੇ ਟਿਕੀ ਆ, ਜੇ ਉਹ ਉੱਥੇ ਨਾ ਰਹਿ ਜਾਵੇ। ਔਰ ਹੁਣ ਜੋ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲ ਰਿਹਾ, ਚਾਹੇ ਉਹ ਚੰਨੀ ਹੈ, ਚਾਹੇ ਉਹ ਪ੍ਰਗਟ ਸਿੰਘ ਹੈ, ਉਹਨਾਂ ਦੇ ਖਿਲਾਫ ਵੀ ਜਿਹੜਾ ਵਿਜੀਲੈਂਸ ਨੇ ਸ਼ਿਕਾਇਤਾਂ ਨੇ ਸ਼ਿਕੰਜਾ ਜਿਹੜਾ ਕੱਸਣਾ ਸ਼ੁਰੂ ਕਰ ਦਿੱਤਾ। ਤੁਸੀਂ ਸਾਰੇ ਇਨਸਾਫ ਮੰਗੋ। ਪੰਜਾਬ ਜੇ ਇਸ ਤੋਂ ਬਾਅਦ ਕੋਈ ਗਲਤ ਅਗਵਾਈ ਵਾਲਾ ਉਹਨੂੰ ਲੀਡਰ ਮਿਲ ਗਿਆ ਤੇ ਇਸ ਤੋਂ ਬਾਅਦ ਪੰਜਾਬ ਨਹੀਂ ਆਊਗਾ। ਹੁਣ ਮੈਂ ਚੰਨੀ ਦੀ ਗੱਲ ਕਰਦਾ। ਇੱਕ ਲੇਡੀ ਦੇ ਇਲਜ਼ਾਮ ਦਾ ਦੁਬਾਰਾ ਜਿਹੜਾ ਸ਼ੁਰੂ ਹੋ ਗਿਆ, ਮੇਰੇ ਖਿਆਲ ਉਹ ਪੰਜਾਬ ਛੱਡ ਕੇ ਉਹ ਜਿਹੜੇ IAS ਅਫਸਰ ਨੇ ਉਹ ਜਾ ਚੁੱਕੇ ਨੇ। ਔਰ 3 ਸਾਲ ਪੁਰਾਣੀ ਗੱਲ ਹੈ, 3 ਸਾਲ ਉਹਦੀ ਇੱਜ਼ਤ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਫਿਕਰ ਨਹੀਂ ਸੀ। ਅੱਜ ਆਪਣੀ ਇੱਜ਼ਤ ਨੂੰ ਹੱਥ ਪੈ ਗਿਆ ਤੇ ਉਹ ਦੁਬਾਰਾ ਜਾਂਚ ਖੋਲ੍ਹ ਦਿੱਤੀ ਗਈ। ਔਰ ਵੂਮਨ ਕਮਿਸ਼ਨ ਦੀ ਜਿਹੜੀ ਚੇਅਰਮੈਨ ਉਹ ਕਿਸ ਤਰ੍ਹਾਂ ਬੋਲ ਰਹੀ ਹੈ ਕਿ ਮੈਂ ਭੁੱਖ ਹੜਤਾਲ ਤੇ ਬਹਿ ਜਾਊਂਗੀ। ਮੈਂ ਉਹਨੂੰ ਵੀ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਕਈ ਧੀਆਂ ਭੈਣਾਂ ਨਾਲ ਰੇਪ ਹੁੰਦਾ, ਕਈਆਂ ਦੇ ਕਤਲ ਹੋ ਗਏ, ਕਈਆਂ ਨੂੰ ਕੁੱਟਿਆ ਜਾਂਦਾ ਹੈ। ਤੁਸੀਂ ਅੱਜ ਤੱਕ ਕਿਸੇ ਲਈ ਭੁੱਖ ਹੜਤਾਲ ਤੇ ਕਿਉਂ ਨਹੀਂ ਬੈਠੇ? ਭੁੱਖ ਹੜਤਾਲ ਤੇ ਕਿਹਦੇ ਲਈ ਬਹਿ ਰਹੇ ਹੋ? ਜਿਹੜੀ ਇੱਕ IAS ਅਫਸਰ ਹੈ, ਕਦੀ ਕਿਸੇ ਗਰੀਬ ਦੀ ਬੱਚੀ ਲਈ ਭੁੱਖ ਹੜਤਾਲ ਤੇ ਬੈਠੇ ਹੋ? ਕਦੀ ਉਹਦੇ ਲਈ ਤੁਸੀਂ ਜਾਂਚ ਮੰਗੀ ਹੈ? ਕਦੀ ਉਹਦੇ ਲਈ ਇੰਨਾ ਸੰਘ ਪਰ ਔਰ ਮੈਂ ਕਹਿ ਕੇ ਟੈਂਕ ਦੀ ਫਾਈਲ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਦਊਂਗਾ, ਕੱਲੀ ਸਿੱਧੂ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਸ਼੍ਰੋਮਣੀ ਕਮੇਟੀ, ਤੁਹਾਨੂੰ ਇਸ ਕਰਕੇ ਲੱਗਦਾ ਹੈ ਕਿ ਜਿਹੜਾ ਬੰਦਾ ਮਤਲਬ ਇਹ ਸ਼ਾਇਦ ਬੜੀ ਦੁਨੀਆ ਨੂੰ ਭੁਲੇਖਾ ਸੀਗਾ ਕਿ ਇਹ ਬੜਾ ਮਤਲਬ ਵੱਡਾ ਬੰਦਾ ਹੈ। ਇਹਨਾਂ ਦਾ ਜਵਾਬ ਕੀ ਹੁੰਦਾ? ਮਨਦੀਪ ਸਿੰਘ ਮੰਨਾ ਜਵਾਬ ਮੰਗੇ ਤੇ ਨਹੀਂ ਦੇਣਾ। ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਜਵਾਬ ਦਊਂਗਾ, ਮੈਂ ਮੋਦੀ ਨੂੰ ਜਵਾਬ ਦਊਂਗਾ। ਤੇ ਜਦੋਂ ਇਲੈਕਸ਼ਨ ਲੜਨੀ ਹੁੰਦੀ ਹੈ ਉਦੋਂ ਮੋਦੀ ਤੇ ਬਾਦਲ ਦੇ ਖਿਲਾਫ ਲੜੋ ਨਾ। ਦੂਜੀ ਚੀਜ਼ ਕੀ ਹੈ? ਦੇਖੋ, ਜਿਹੜਾ ਬੰਦਾ ਚੁਣਿਆ ਜਾਂਦਾ, MLA ਬਣ ਜਾਂਦਾ,
ਉਹ ਕੱਲੇ ਵੋਟਰ ਨੂੰ ਜਵਾਬਦੇਹ ਆ, ਕਿਉਂਕਿ ਅਸੀਂ ਲੋਕ ਟੈਕਸ ਦਿੰਨੇ ਆ, ਜਿਹਦੇ ਬਦਲੇ ਤੁਸੀਂ ਆ ਸਿਕਿਉਰਿਟੀ ਖਿਲਾਰੀ ਹੈ 50-60 ਲੱਖ ਰੁਪਈਆ ਇਹਨਾਂ ਦਾ ਖਰਚਾ ਹੈ ਮਹੀਨੇ ਦਾ। ਆ ਗੱਡੀਆਂ ਖਿਲਾਰੀਆਂ ਨੇ ਸਰਕਾਰੀ, ਇਹ ਸਾਡੇ ਦਿੱਤੇ ਟੈਕਸ ਦਾ। ਜ਼ਰੂਰੀ ਨਹੀਂ ਕੋਈ ਰਿਕਸ਼ੇ ਵਾਲਾ ਰਿਟਰਨ ਨਹੀਂ ਭਰਦਾ ਤੇ ਉਹ ਟੈਕਸ ਨਹੀਂ ਦਿੰਦਾ, ਉਹਦੇ ਘਰੋਂ ਟੈਕਸ ਜਾਂਦਾ ਹੈ। ਚਾਹੇ ਉਹ ਘਰ ਦੇ ਵਿੱਚ ਬਲੇਡ ਲਿਆਉਂਦਾ, ਰੋਟੀ ਲਿਆਉਂਦਾ, ਆਟਾ ਲਿਆਉਂਦਾ, ਸਾਬਣ ਲਿਆਉਂਦਾ, ਉਹਨਾਂ ਚੀਜ਼ਾਂ ਦੇ ਉੱਤੇ ਟੈਕਸ ਲੱਗਾ ਹੁੰਦਾ ਤੇ ਉਹਦੇ ਸਿਰ ਦੇ ਉੱਤੇ ਤੁਸੀਂ ਮੌਜਾਂ ਕਰਦੇ ਹੋ। ਤੁਸੀਂ ਜਵਾਬਦੇਹ ਕਿਉਂ ਨਹੀਂ ਹੈਗੇ? ਤੁਸੀਂ ਹੈਗੇ ਹੋ ਜਵਾਬਦੇਹ। ਹੁਣ ਸਾਨੂੰ ਨਹੀਂ ਦਿਓਗੇ ਜੇ ਕੈਪਟਨ ਅਮਰਿੰਦਰ ਸਿੰਘ ਨਾਲ ਮੁੱਕੀ ਨਾ ਤੇ ਵਿਜੀਲੈਂਸ ਵਾਲੇ ਵੀ ਤੁਹਾਡੇ ਕੋਲ ਜਵਾਬ ਮੰਗਣਗੇ ਤੇ ਉਸ ਤੋਂ ਪਹਿਲਾਂ ਹੀ ਨਿਹੰਗ ਹੋ ਜਾਓ ਨਾ ਕਿ ਆਓ ਲੜੀਏ ਆਪਾਂ ਪੰਜਾਬ ਦੇ ਵਿੱਚ। ਕਰੋ ਕੀ ਕਰਦੇ ਹੋ। ਜੇ ਤੁਹਾਡੀਆਂ ਗਲਤੀਆਂ ਤੇ ਖੁੱਲ੍ਹ ਕੇ ਮੰਨੋ ਨਾ, ਮੈਂ ਕਈ ਥਾਵਾਂ ਤੇ ਕਹਿ ਦਿੰਦਾ ਕਿ ਹਾਂ ਯਾਰ ਗਲਤ ਬੋਲਿਆ ਗਿਆ ਹੋਊਗਾ, ਗਲਤ ਹੋ ਗਿਆ ਹੋਊਗਾ, ਇਸ਼ੂ ਗਲਤ ਹੋਊਗਾ, ਮੇਰੇ ਕੋਲ ਵੀ ਗਲਤੀ ਹੋ ਸਕਦੀ, ਤੇ ਜੇ ਐਡੀ ਤੁਹਾਡੀ ਫਰਾਖ ਦਿਲੀ ਆ ਤੇ ਮੰਨੋ ਨਾ ਖੁੱਲ੍ਹ ਕੇ ਵੀ ਆਓ ਯਾਰ।